मैं तो आई विल गिव माई बेस्ट। मैं तो इलेक्शन लड़ूंगी डट के और अपनी आवाज़ बुलंद करूंगी। जिस दिन मेरी टिकट कट्टी गई तो मैनू सब तो पहला फोन भगवंत मान जी का आया। सानू एक नहीं 5-7 ਜਿਹੜੇ ਸੀਨੀਅਰ ਲੀਡਰਸ ਨੇ ਦ ਟੌਪ ਮੋਸਟ ਉਹਨਾਂ ਨੇ ਬੁਲਾਇਆ ਕਿ ਅਸੀਂ ਆਮ ਘਰਾਂ ਦੇ ਨੌਜਵਾਨ ਜੇ ਕੋਈ ਸੁਪਨਾ ਸਜਾ ਲਿਆ ਤੇ ਉਹਦੇ 'ਚ ਸਾਡਾ ਕੀ ਕਸੂਰ ਹੈ। ਅਸੀਂ ਕੀ ਹੋ ਗਿਆ ਜੇ ਅਸੀਂ ਕਿਸੇ ਮਿਨਿਸਟਰ ਜਾਂ ਕਿਸੇ ਲੀਡਰ ਦੇ ਜਵਾਕ ਨਹੀਂ ਹੈਗੇ। ਆਈ ਵਾਸ ਜਸਟ 19 ਇਅਰਸ 올ਡ। ਮੈਂ ਜਦੋਂ ਮਿਸਿਸ ਭੱਠਲ ਨਾਲ ਲੱਗਾ ਮੈਂ ਸਨ 2000 ਦਾ ਗੱਡੀਆਂ ਬੱਸਾਂ ਭਰਦਾ ਕਾਂਗਰਸ ਦੀਆਂ। ਮੈਂ ਹੱਸਦਾ ਸੀ ਸਵੇਰੇ ਪਿਛਲੀ ਵਾਰ ਟਿਕਟ ਸੀ ਲੋਕ ਨਹੀਂ ਸੀ, ਇਸ ਵਾਰ ਲੋਕ ਨੇ ਟਿਕਟ ਨਹੀਂ ਗੀ। ਇਹਨੇ ਇੰਨੀ ਮਿਹਨਤ ਕੀਤੀ ਆ ਤਾਂ ਅੱਜ ਲੋਕ ਨਾਲ ਖੜੇ ਆ। ਉਹ ਭੁੱਲ ਗਏ ਕਿ ਦਾਮਨ ਬਾਜਵਾ ਨੇ ਜੇ ਹਲੇ ਤੱਕ 5 ਸਾਲ 'ਚ ਕੁਝ ਕਮਾਇਆ ਤਾਂ ਰਿਸ਼ਤੇ ਹੀ ਕਮਾਏ ਹੈ। ਸੋ ਇਹਨਾਂ ਨਾਲ ਸਾਡੇ ਪਰਿਵਾਰਕ ਸਾਂਝ ਨੇ ਤੇ ਇਹ ਲੋਕ ਦੁਨੀਆ ਉੱਪਰ ਤੋਂ ਥੱਲੇ ਆ ਜਾਏ, ਪਾਰਟੀ ਔਰ ਨੋ ਪਾਰਟੀ, ਇਹ ਮੇਰੇ ਤੇ ਮੇਰੇ ਪਰਿਵਾਰ ਨਾਲ ਇਸੇ ਤਰੀਕੇ ਖੜੇ ਰਹਿਣਗੇ। ਬਹੁਤ ਲੋਕਾਂ ਨੂੰ ਲੱਗਦਾ ਹੋਊਗਾ ਵੀ ਸ਼ਾਇਦ ਫੈਸਲਾ ਮੇਰਾ ਜ਼ਿਆਦਾ ਚੱਲਦਾ ਹੈ। NSUI ਤੇ ਯੂਥ ਕਾਂਗਰਸ ਚੋਂ ਯੂਥ ਕਾਂਗਰਸ ਚੂਜ਼ ਕਰਨ ਤੋਂ ਬਾਅਦ ਅੱਗੇ ਤੁਰਨ ਦਾ ਜਾਂ ਚੰਡੀਗੜ੍ਹੋਂ ਆ ਕੇ ਸੁਨਾਮ 'ਚ ਮਿਹਨਤ ਕਰਨ ਦਾ ਜੋ ਲਿਟਰਲੀ ਫੈਸਲੇ ਲਏ ਗਏ ਸੀ ਉਹ ਦਾਮਨ ਵੱਲੋਂ ਲਏ ਗਏ ਸੀ। ਜਿੱਦਣ ਟਿਕਟ ਦਾ ਫੈਸਲਾ ਆਇਆ ਸੀ ਕੱਟੀ ਗਈ ਸੀਗੀ। ਸੋ ਇੱਥੇ ਇੰਨੇ ਲੋਕ ਆਏ ਐਂਡ ਦੇ ਵਰ ਆਲ ਇੰਨੇ ਭਾਵਕ ਸੀਗੇ ਕਿ ਉਦੋਂ ਹੀ ਮੈਂ ਹਰਮਨ ਨੂੰ ਕਿਹਾ ਸੀਗਾ ਕਿ ਵੀ ਹੈਵ ਟੂ ਸਟੈਂਡ ਫॉर them। ਇਹਨਾਂ ਲੋਕਾਂ ਨੇ ਸਾਡੇ ਵਿੱਚ ਇੰਨਾ ਵਿਸ਼ਵਾਸ ਦਿਖਾਇਆ ਤੇ ਅੱਜ ਇਹਨਾਂ ਦੀਆਂ ਉਮੀਦਾਂ ਔਰ ਆਸਾਂ ਤੇ ਖਰੇ ਸਾਨੂੰ ਉਤਰਨ ਲਈ ਇਲੈਕਸ਼ਨ ਤਾਂ ਲੜਨੀ ਪਊ। ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਗਗਨਦੀਪ ਸਿੰਘ। ਰਾਜਨੀਤੀ ਦੇ ਵਿੱਚ ਉਤਰਾਅ ਵੀ ਆਉਂਦੇ ਨੇ, ਰਾਜਨੀਤੀ ਦੇ ਵਿੱਚ ਚੜਾਅ ਵੀ ਆਉਂਦੇ ਨੇ, ਪਰ ਰਾਜਨੀਤੀ ਰੁਕਦੀ ਨਹੀਂ ਹੈ, ਰਾਜਨੀਤੀ ਚੱਲਦੀ ਰਹਿੰਦੀ ਹੈ। ਕਾਂਗਰਸ ਦੇ ਵੱਲੋਂ ਜਾਰੀ ਕੀਤੀ ਗਈਆਂ ਸੂਚੀ ਦੀ ਜੇਕਰ ਗੱਲ ਕਰੀਏ ਤਾਂ ਬਹੁਤਿਆਂ ਨੂੰ ਝਟਕਾ ਲੱਗਿਆ ਇਸ ਵਾਰ। ਦੂਜੀ ਸੂਚੀ ਦੇ ਵਿੱਚ ਦਾਮਨ ਬਾਜਵਾ ਨੂੰ ਝਟਕਾ ਲੱਗਿਆ ਸੀ ਤੇ ਅੱਜ ਤੀਜੀ ਸੂਚੀ ਜਾਰੀ ਹੋਈ ਹੈ ਤਾਂ ਅੱਜ ਵੀ ਕਈਆਂ ਨੂੰ ਇਸ ਸੂਚੀ ਨੇ ਝਟਕਾ ਦਿੱਤਾ ਹੈ। ਔਰ ਇਸ ਸੂਚੀਆਂ ਤੋਂ ਆਉਣ ਤੋਂ ਬਾਅਦ ਬਹੁਤ ਸਾਰੇ ਉਮੀਦਵਾਰ ਇਹ ਕਹਿ ਰਹੇ ਨੇ ਕਿ ਅਸੀਂ ਆਜ਼ਾਦ ਖੜੇ ਹੋਵਾਂਗੇ। ਇਸ ਵੇਲੇ ਅਸੀਂ ਮੌਜੂਦ ਹਾਂ ਸੁਨਾਮ ਵਿਖੇ। ਹਾਲਾਂਕਿ ਜਦੋਂ ਟਿਕਟ ਕੱਟੀ ਜਾਂਦੀ ਹੈ ਤਾਂ ਬੰਦਾ ਮਾਯੂਸ ਹੋ ਜਾਂਦਾ ਹੈ, ਦਿਲ ਹਾਰ ਕੇ ਬੈਠ ਜਾਂਦਾ ਹੈ, ਪਰ ਇਸ ਵੇਲੇ ਅਸੀਂ ਦਾਮਨ ਬਾਜਵਾ ਦੇ ਘਰ ਦੇ ਵਿੱਚ ਹਾਂ ਔਰ ਵਿਆਹ ਵਰਗਾ ਮਾਹੌਲ ਇੱਥੇ ਨਜ਼ਰ ਆ ਰਿਹਾ ਹੈ। ਕਹਿੰਦੇ ਕੋਈ ਗੱਲ ਨਹੀਂ, ਰਾਜਨੀਤੀ ਦੇ ਵਿੱਚ ਉਤਾਰ ਚੜਾਅ ਭਾਵੇਂ ਆਉਂਦੇ ਰਹਿਣ ਪਰ ਰਾਜਨੀਤੀ ਚੜ੍ਹਦੀ ਕਲਾ ਵਾਲੀ ਹੈ। ਰਾਜਨੀਤੀ ਦੇ ਵਿੱਚ ਕਿਸੇ ਵੀ ਤਰੀਕੇ ਦਾ ਕੋਈ ਫਰਕ ਨਹੀਂ ਆਵੇਗਾ। ਸਾਡੇ ਨਾਲ ਦਾਮਨ ਬਾਜਵਾ ਮੌਜੂਦ ਨੇ, ਹਰਮਨ ਬਾਜਵਾ ਮੌਜੂਦ ਨੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪ੍ਰੋ ਪੰਜਾਬ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸਤਿ ਸ਼੍ਰੀ ਅਕਾਲ ਜੀ। ਕਹਿੰਦੇ ਵੈਸੇ ਤਾਂ ਜਦੋਂ ਬੰਦਾ ਟਿਕਟ ਟੁਕਟ ਕੱਟੀ ਜਾਂਦੀ ਹੈ ਦਿਲ ਜਿਹਾ ਹਾਰ ਕੇ ਬਹਿ ਜਾਂਦਾ ਹੈ। ਉਰੇ ਤਾਂ ਮੈਂ ਦੇਖਿਆ ਵਿਆਹ ਵਰਗਾ ਮਾਹੌਲ ਜਿਹਾ ਬਣਾਇਆ ਹੋਇਆ ਤੁਸੀਂ। ਬਿਲਕੁਲ, ਦੇਖੋ ਟਿਕਟ ਕੱਟੀ ਗਈ ਗਲਤ ਹੋਇਆ, ਦੁੱਖ ਵੀ ਹੈ, ਬਟ ਜਿਹੜੀ ਲੜਾਈ ਹੈ ਉਹ ਤਾਂ ਜਾਰੀ ਹੈ। ਐਂਡ ਇਹ ਤਾਂ ਮਤਲਬ ਵਿਆਹ ਵਰਗਾ ਮਾਹੌਲ ਤੁਸੀਂ ਕਹਿ ਲਓ, ਇਹ ਤਾਂ ਮੇਰਾ ਪਰਿਵਾਰ ਹੈ ਜੀ। ਇਹ ਉਹ ਸਾਥੀ ਨੇ ਜਿਨ੍ਹਾਂ ਨੇ ਅੱਜ ਤੱਕ, ਜਿਨ੍ਹਾਂ ਕਰਕੇ ਦਾਮਨ ਬਾਜਵਾ ਇੱਥੇ ਤੱਕ ਪਹੁੰਚੀ ਹੈ, ਜਿਨ੍ਹਾਂ ਨੇ ਦਿਨ ਰਾਤ ਮੇਰਾ ਸਾਥ ਦਿੱਤਾ ਹੈ, ਮੋਰਲੀ ਵੀ ਔਰ ਹਰ ਤਰੀਕੇ ਨਾਲ। ਬਹੁਤ ਲੋਕੀ ਸੋਚਦੇ ਸੀਗੇ ਕਿ ਖਬਰੇ ਇਹ ਸਾਰੇ ਲੋਕਾਂ ਦਾ ਮੇਰੇ ਨਾਲ ਸਿਆਸੀ ਰਿਸ਼ਤਾ ਹੈ ਤੇ ਜਦੋਂ ਟਿਕਟ ਸ਼ਾਇਦ ਕੱਟੀ ਜਾਊਗੀ ਤੇ ਇਹ ਸਾਰੇ ਦੇ ਸਾਰੇ ਪਾਰਟੀ ਦੇ ਨਾਲ ਜਾਂ ਦੂਜੇ ਪਾਸੇ ਹੋ ਜਾਣਗੇ ਕਿ ਦਾਮਨ ਬਾਜਵਾ ਨੂੰ ਭੁੱਲ ਜਾਣਗੇ। ਬਟ ਉਹ ਭੁੱਲ ਗਏ ਕਿ ਦਾਮਨ ਬਾਜਵਾ ਨੇ ਜੇ ਹਲੇ ਤੱਕ 5 ਸਾਲ 'ਚ ਕੁਝ ਕਮਾਇਆ ਤਾਂ ਰਿਸ਼ਤੇ ਹੀ ਕਮਾਏ ਹੈ। ਔਰ ਇਹ ਸਾਰੇ ਮੇਰੇ ਭੈਣ ਭਰਾ ਹੈ ਜਿਨ੍ਹਾਂ ਨਾਲ ਮੇਰੇ ਨਿੱਜੀ ਰਿਸ਼ਤੇ ਨੇ। ਇਹ ਮੇਰੀਆਂ ਭੈਣਾਂ ਹੈ ਜਿਹੜੀਆਂ ਇੱਧਰ ਬੈਠੀਆਂ। ਸੋ ਇਹਨਾਂ ਨਾਲ ਸਾਡੇ ਪਰਿਵਾਰਕ ਸਾਂਝ ਨੇ ਤੇ ਇਹ ਲੋਕ ਦੁਨੀਆ ਉੱਪਰ ਤੋਂ ਥੱਲੇ ਆ ਜਾਏ, ਪਾਰਟੀ ਔਰ ਨੋ ਪਾਰਟੀ, ਇਹ ਮੇਰੇ ਤੇ ਮੇਰੇ ਪਰਿਵਾਰ ਨਾਲ ਇਸੇ ਤਰੀਕੇ ਖੜੇ ਰਹਿਣਗੇ। ਤਾਂ ਹਰਮਨ ਜੀ ਫੈਸਲਾ ਲੈ ਲਿੱਤਾ ਫਾਈਨਲੀ? ਹਾਂਜੀ ਵੀਰੇ, ਫੈਸਲਾ ਵੈਸੇ ਤਾਂ ਚਲੋ ਸਾਰੇ ਅਸੀਂ ਸਲਾਹ ਕਰਕੇ ਲੈਂਦੇ ਹਾਂ, ਸਾਰੇ ਇਕੱਠੇ ਹੋ ਕੇ ਆ ਪਰਿਵਾਰ ਫੈਸਲਾ ਲੈਣ ਵਾਲਿਆਂ 'ਚੋਂ ਹੀ ਨੇ, ਮੇਰੀ ਫੈਮਿਲੀ। ਪਰ ਬਹੁਤ ਲੋਕਾਂ ਨੂੰ ਲੱਗਦਾ ਹੋਊਗਾ ਵੀ ਸ਼ਾਇਦ ਫੈਸਲਾ ਮੇਰਾ ਜ਼ਿਆਦਾ ਚੱਲਦਾ ਹੈ, ਪਰ ਸਪੀਚ ਤੁਸੀਂ ਦਿੰਦੇ ਹੈਗੇ ਹੋ, ਉਹ ਤਾਂ ਫੇਰ ਘੱਟ ਬੋਲਦੇ ਨੇ, ਜ਼ਿਆਦਾ ਸਲਾਹ ਤੁਸੀਂ ਲੈਂਦੇ ਹੁੰਦੇ। ਟੂ ਬੀ ਵੈਰੀ ਓਨੈਸਟ, ਤੇ ਫੈਸਲਾ ਜਿਹੜਾ ਹੁੰਦਾ ਸਿਆਸਤ ਦਾ, ਚਾਹੇ ਰਾਈਟ ਫਰੋਮ NSUI ਇਲੈਕਸ਼ਨ ਲੜਨ ਦਾ, NSUI ਤੇ ਯੂਥ ਕਾਂਗਰਸ ਚੋਂ ਯੂਥ ਕਾਂਗਰਸ ਚੂਜ਼ ਕਰਨ ਤੋਂ ਬਾਅਦ ਅੱਗੇ ਤੁਰਨ ਦਾ, ਜਾਂ ਚੰਡੀਗੜ੍ਹੋਂ ਆ ਕੇ ਸੁਨਾਮ 'ਚ ਮਿਹਨਤ ਕਰਨ ਦਾ ਜੋ ਲਿਟਰਲੀ ਫੈਸਲੇ ਲਏ ਗਏ ਸੀ ਉਹ ਦਾਮਨ ਵੱਲੋਂ ਲਏ ਗਏ ਸੀ। ਹਾਂ, ਸ਼ੀ ਆਲਵੇਜ਼ ਕੰਸਲਟਡ ਮੀ। ਮਤਲਬ ਜੋ ਪਹਿਲਾ ਆਈਡੀਆ ਹੁੰਦਾ ਨਾ ਉਹ ਇਹਨਾਂ ਦਾ ਹੁੰਦਾ ਤੇ ਆਖਰੀ ਵੀ ਇਹਨਾਂ ਦਾ ਹੁੰਦਾ। ਯੈਸ, ਆਈ ਸਪੋਰਟ ਹਰ। ਤੇ ਮੋਟੀਵੇਸ਼ਨ ਪਰ ਇਹਨਾਂ ਦੀ ਹੁੰਦੀ ਹੈ। ਹਾਂਜੀ, ਦੇਖੋ ਵੀ ਆਰ ਅ ਟੀਮ ਐਂਡ ਵੀ ਆਰ ਬੈਸਟ ਫਰੈਂਡਸ। ਸਾਡਾ ਪਰਿਵਾਰ ਹੈ ਐਂਡ ਦਿਸ ਮਤਲਬ ਆਈ ਕੰਪਲੀਟ ਹਿਮ, ਹੀ ਕੰਪਲੀਟਸ ਮੀ। ਵੀ ਆਰ ਇਨ, ਮਤਲਬ ਸਾਡਾ ਦੋਨਾਂ ਦਾ
ਅਸੀਂ ਇਕਜੁੱਟ ਆ ਬਟ ਹੀ ਇਜ਼ ਰਾਈਟ ਫੈਸਲੇ ਕਈ ਵਾਰੀ ਮੋਸਟਲੀ ਇਟ ਇਜ਼ ਆਈ ਹੂ ਡਿਸਾਈਡ ਐਂਡ ਜਿੱਦਣ ਮੇਰੇ ਜਿੱਦਣ ਟਿਕਟ ਦਾ ਫੈਸਲਾ ਆਇਆ ਸੀ ਕੱਟੀ ਗਈ ਸੀਗੀ ਸੋ ਇੱਥੇ ਇੰਨੇ ਲੋਕ ਆਏ ਐਂਡ ਦੇ ਵਰ ਆਲ ਇੰਨੇ ਭਾਵਕ ਸੀਗੇ ਕਿ ਉਦੋਂ ਹੀ ਮੈਂ ਹਰਮਨ ਨੂੰ ਕਿਹਾ ਸੀਗਾ ਕਿ ਵੀ ਹੈਵ ਟੂ ਸਟੈਂਡ ਫॉर them ਸਾਨੂੰ ਇਹਨਾਂ ਵਾਸਤੇ ਖੜਨਾ ਪਏਗਾ ਸਾਡਾ ਜੀ ਕਰੇ ਨਾ ਕਰੇ ਭਾਵੇਂ ਅਸੀਂ ਜਿੰਨੇ ਮਰਜ਼ੀ ਡਿਸਹਾਰਟਨ ਹੋ ਜਾਈਏ ਭਾਵੇਂ ਅਸੀਂ ਸਾਡਾ ਮਨ ਵੀ ਨਾ ਕਰੇ ਸਾਡਾ ਜੀ ਕਰੇ ਕਿ ਸਾਰਾ ਕੁਝ ਹੀ ਹੈਜ਼ ਕਮ ਟੂ ਅ ਸਟੈਂਡ ਸਟਿਲ ਬਟ ਨਹੀਂ ਇਹਨਾਂ ਲੋਕਾਂ ਨੇ ਸਾਡੇ ਵਿੱਚ ਇੰਨਾ ਵਿਸ਼ਵਾਸ ਦਿਖਾਇਆ ਹੈ ਤੇ ਅੱਜ ਇਹਨਾਂ ਦੀਆਂ ਉਮੀਦਾਂ ਔਰ ਆਸਾਂ ਤੇ ਖਰੇ ਸਾਨੂੰ ਉਤਰਨ ਲਈ ਇਲੈਕਸ਼ਨ ਤਾਂ ਲੜਨੀ ਪਊਗੀ ਐਂਡ ਵੀ ਸਾਡੇ ਕੋਲ ਜੋ ਇਨਪੁਟ ਆ ਰਹੀ ਸਾਨੂੰ ਐ ਆ ਰਿਹਾ ਸੀ ਕਿ ਤੁਸੀਂ ਆਪ ਦੇ ਵਿੱਚ ਜਾਓਗੇ ਆਪ ਦੇ ਵਿੱਚ ਜਾ ਕੇ ਸ਼ਾਮਲ ਹੋ ਜਾਓਗੇ ਚੋਣ ਨਹੀਂ ਲੜੋਗੇ ਕੀ ਗੱਲ ਸਹੀ ਸੀ ਇਹ ਵਿਚਾਰ ਬਣਿਆ ਸੀ ਆਪ ਦੇ ਵਿੱਚ ਜਾਣ ਵਾਲਾ ਨਹੀਂ ਮੇਰਾ ਦੇਖੋ ਮੈਂ ਹਮੇਸ਼ਾ ਹਰ ਚੈਨਲ ਨੂੰ ਇਹੀ ਜਿੰਨੇ ਲੋਕਾਂ ਨੇ ਮੇਰੇ ਤੋਂ ਇਹ ਸਵਾਲ ਪੁੱਛਿਆ ਮੈਂ ਇੰਨੀ ਕਾਂਗਰਸ ਪ੍ਰਤੀ ਸਮਰਪਿਤ ਸੀ ਮੈਂ ਤੇ ਹਰਮਨ ਜੀ ਇਹਨਾਂ ਨੂੰ 22 ਸਾਲ ਹੋ ਗਏ ਮੈਨੂੰ 10 ਸਾਲ ਹੋ ਗਏ ਅਸੀਂ ਕਾਂਗਰਸ ਤੋਂ ਇਲਾਵਾ ਜਿਵੇਂ ਕੋ ਘੋੜੇ ਦੇ ਨਹੀਂ ਲਗਾ ਦਿੰਦੇ ਇੱਥੇ ਕਿ ਦੂਜੇ ਪਾਸੇ ਕੁਝ ਦਿਸੇ ਹੀ ਨਾ ਸਾਨੂੰ ਕੁਝ ਨਜ਼ਰ ਹੀ ਨਹੀਂ ਸੀ ਆਉਂਦਾ ਔਰ ਅਸੀਂ ਕਦੀ ਵੀ ਆਪਣੀਆਂ ਆਪਸ਼ਨਸ ਇਸ ਤਰੀਕੇ ਕਦੀ ਐਕਸਪਲੋਰ ਹੀ ਨਹੀਂ ਸੀ ਕੀਤੀਆਂ ਕਿ ਸਾਨੂੰ ਕਿਸੇ ਹੋਰ ਪਾਰਟੀ 'ਚ ਕਦੀ ਜਾਣ ਦੀ ਨੌਬਤ ਆਊਗੀ ਆਪ ਦੀ ਗੱਲ ਰਹੀ ਤਾਂ ਮੈਂ ਇੱਕ ਚੀਜ਼ ਜ਼ਰੂਰ ਕਹਿਣਾ ਚਾਹੂੰਗੀ ਜਿਸ ਦਿਨ ਮੈਨੂੰ ਮੈਂ ਔਨ ਰਿਕਾਰਡ ਨਹੀਂ ਇਹ ਗੱਲ ਕੀਤੀ ਬਟ ਜਿਸ ਦਿਨ ਮੇਰੀ ਟਿਕਟ ਕੱਟੀ ਗਈ ਤਾਂ ਮੈਨੂੰ ਸਭ ਤੋਂ ਪਹਿਲਾਂ ਫੋਨ ਭਗਵੰਤ ਮਾਨ ਜੀ ਦਾ ਆਇਆ ਔਰ ਕੋਈ ਸਿਆਸੀ ਫੋਨ ਨਹੀਂ ਉਹਨਾਂ ਨੇ ਮੇਰੇ ਨਾਲ ਇੱਕ ਵੱਡੇ ਭਰਾ ਵਾਂਗੂ ਹੀ ਕੰਸੋਲਡ ਮੀ ਹੀ ਸੈਡ ਕਿ ਬੀਬਾ ਮੈਂ ਇਸੇ ਜ਼ਿਲ੍ਹੇ ਤੋਂ ਸੰਬੰਧ ਰੱਖਦਾ ਔਰ ਸੁਨਾਮ 'ਚ ਤਾਂ ਮੇਰਾ ਬਹੁਤ ਵਾਕਫੀਅਤ ਹੈ ਬਟ ਜਿੰਨੀ ਮਿਹਨਤ ਤੂੰ ਕੀਤੀ ਸੀ ਇੰਨੀ ਮਿਹਨਤ ਤਾਂ ਕਿਸੇ ਨੇ ਨਹੀਂ ਕੀਤੀ ਤੇ ਤੇਰੀ ਟਿਕਟ ਕੱਟੀ ਗਈ ਤੇ ਮੈਂ ਵੀ ਬਹੁਤ ਦੁਖੀ ਹਾਂ ਕਿ ਤੇਰਾ ਇਹ ਹੱਕ ਸੀਗਾ ਸੋ ਮੈਂ ਅਕ੍ਰੋਸ ਪਾਰਟੀ ਲਾਈਨਸ ਉਸ ਚੀਜ਼ ਦੀ ਇੱਜ਼ਤ ਕਰਦੀ ਹਾਂ ਮੈਂ ਰਿਸਪੈਕਟ ਕਰਦੀ ਹਾਂ ਕਿ ਕਿਸੇ ਨੇ ਐਟਲੀਸਟ ਮੇਰੇ ਦਰਦ ਨੂੰ ਸਮਝ ਕੇ ਉਸ ਨੂੰ ਐਡਰੈਸ ਕੀਤਾ ਵੱਡੀ ਗੱਲ ਹੁੰਦੀ ਹੈ ਜਦੋਂ ਆਪਣੀ ਪਾਰਟੀ ਨਾਲ ਸਮਝੇ ਕੋਈ ਹੋਰ ਪਾਰਟੀ ਤੁਹਾਡੀ ਆਪੋਜੀਸ਼ਨ ਪਾਰਟੀ ਹੋਵੇ ਜਿਸ ਦੇ ਖਿਲਾਫ ਤੁਸੀਂ ਸਾਰਾ ਟਾਈਮ ਲੜ ਰਹੇ ਹੋ ਉਹ ਤੁਹਾਨੂੰ ਫੋਨ ਕਰੇ ਬਿਲਕੁਲ ਸੋ ਐਂਡ ਮੈਨੂੰ ਲੱਗਦਾ ਹੈ ਕਿ ਮੇਰਾ ਦੁੱਖ ਜੇ ਉਹਨਾਂ ਨੂੰ ਸਮਝ ਆਇਆ ਜਾਂ ਮੇਰੇ ਲਈ ਉਹਨਾਂ ਨੇ ਐਗਜ਼ੈਕਟ ਵਰਡਸ ਕਹੇ ਕਿ ਮੇਰੀ ਤੇਰੀ ਵੀਡੀਓ ਦੇਖ ਕੇ ਤੇਰਾ ਜਿਹੜਾ ਤੂੰ ਲਾਈਵ ਕੀਤਾ ਸੀ ਅੱਧੀ ਰਾਤ ਨੂੰ ਉਹ ਵੇਖ ਕੇ ਮੇਰੀਆਂ ਅੱਖਾਂ ਭਰ ਆਈਆਂ ਸੋ ਉਸ ਚੀਜ਼ ਨੂੰ ਉਹ ਚੀਜ਼ ਉਹ ਤਾਂ ਸਮਝ ਸਕੇ ਕਿਉਂਕਿ ਮੇਰੇ ਵਾਂਗ ਉਹ ਵੀ ਇੱਕ ਸਧਾਰਨ ਜੇ ਘਰ ਤੋਂ ਸੰਬੰਧ ਰੱਖਦਾ ਇੱਕ ਮਾਸਟਰ ਦਾ ਮੁੰਡਾ ਹੈ ਔਰ ਅੱਜ ਪੰਜਾਬ ਦਾ ਸੀਐਮ ਚਿਹਰਾ ਐਲਾਨਿਆ ਗਿਆ ਸੋ ਮੈਂ ਸਮਝਦੀ ਹਾਂ ਕਿ ਸਾਡੇ ਸਾਰਿਆਂ ਵਾਸਤੇ ਅਸੀਂ ਇੱਕੋ ਹੀ ਜਿਹੜੀ ਮਾਈਂਡਸੈਟ ਹੈ ਉਸ ਦੇ ਖਿਲਾਫ ਲੜਾਈ ਲੜ ਰਹੇ ਹਾਂ ਕਿ ਅਸੀਂ ਆਮ ਘਰਾਂ ਦੇ ਨੌਜਵਾਨ ਜੇ ਕੋਈ ਸੁਪਨਾ ਸਜਾ ਲਿਆ ਤੇ ਉਹਦੇ ਸਾਡਾ ਕੀ ਕਸੂਰ ਹੈ ਅਸੀਂ ਕੀ ਹੋ ਗਿਆ ਜੇ ਅਸੀਂ ਕਿਸੇ ਮਿਨਿਸਟਰ ਜਾਂ ਕਿਸੇ ਲੀਡਰ ਦੇ ਜਵਾਕ ਨਹੀਂ ਹੈਗੇ ਪਰ ਸਾਡਾ ਵੀ ਪੂਰਾ ਹੱਕ ਹੈ ਅੱਗੇ ਵਧਣ ਦਾ ਹਰਮਨ ਜੀ ਉਸ ਦਿਨ ਜਦੋਂ ਆਪਾਂ ਇੱਥੇ ਮਿਲੇ ਤੁਹਾਨੂੰ ਤਾਂ ਤੁਸੀਂ ਉਦੋਂ ਗੱਲ ਹੀ ਕਹਿ ਰਹੇ ਸੀ ਕਿ ਆਪਾਂ ਹਾਈ ਕਮਾਂਡ ਤੋਂ ਸਮਾਂ ਲਵਾਂਗੇ ਜਾਂ ਫਿਰ ਚੰਨੀ ਉਹਨਾਂ ਤੋਂ ਸਮਾਂ ਲਵਾਂਗੇ ਤਾਂ ਕਿ ਇੱਕ ਵਾਰ ਮੁੜ ਤੋਂ ਵਿਚਾਰ ਕਰ ਲਿਆ ਹਾਲਾਂਕਿ ਬਹੁਤ ਘੱਟ ਹੁੰਦਾ ਹੈ ਕਿ ਕਿਸੇ ਸੀਟ ਨੂੰ ਜੇਕਰ ਅਨਾਉਂਸ ਕਰ ਦਿੱਤਾ ਜਾਵੇ ਤਾਂ ਉਸ ਦੇ ਉੱਤੇ ਦੁਬਾਰਾ ਰੀਕਨਸੀਡਰ ਉਹਨਾਂ ਦੇ ਵੱਲੋਂ ਕੀਤਾ ਜਾਂਦਾ ਹੈ ਤਾਂ ਕੋਸ਼ਿਸ਼ ਹੋਈ ਜਾ ਕੇ ਮੁਲਾਕਾਤ ਦੀ ਜਾਂ ਫਿਰ ਉਹਨਾਂ ਨੇ ਆਪਣੇ ਤਰੀਕੇ ਨਾਲ ਉਹੀ ਰਵੱਈਆ ਦਿਖਾਇਆ ਕਿ ਨਹੀਂ ਅਸੀਂ ਮੁਲਾਕਾਤ ਹੀ ਨਹੀਂ ਕਰਨੀ ਨਹੀਂ ਵੀਰੇ ਉਹਨਾਂ ਨੇ ਇੰਨਾ ਜ਼ਰੂਰ ਕਿਹਾ ਵੀ ਤੁਸੀਂ ਕਾਈਂਡਲੀ ਕਿਉਂਕਿ ਪਹਿਲਾਂ ਨਾ ਜੀ ਉਰੇ 2 ਮੀਟਿੰਗਸ ਜਦੋਂ ਹੋਈਆਂ ਸਾਡੇ ਜਿਹੜੇ ਸਕਰੀਨਿੰਗ ਕਮੇਟੀ ਦੇ ਮੈਂਬਰ ਤੁਸੀਂ ਜਾਣਦੇ ਹੋ ਕ੍ਰਿਸ਼ਨਾ ਅੱਲਾਵਾਰੂ ਜੀ ਤੇ ਹਰਸ਼ਵਰਧਨ ਜੀ ਉਹ 2 ਮੀਟਿੰਗਸ ਹੋਈਆਂ ਇੱਕ 'ਚ ਕ੍ਰਿਸ਼ਨਾ ਅੱਲਾਵਾਰੂ ਜੀ ਆਏ ਤੇ ਇੱਕ 'ਚ ਆਏ ਉਹਨਾਂ ਦੇ ਨਾਲ ਆਸ਼ੂ ਜੀ ਆਏ ਤੇ ਨੈਕਸਟ 'ਚ ਹਰਸ਼ਵਰਧਨ ਜੀ ਆਏ ਉਰੇ ਸਾਰੇ ਜਿੰਨੇ ਆਫਿਸ ਬੇਅਰਰਸ ਦੇ ਸਾਰੇ ਉਹਨਾਂ ਨੇ ਬੁਲਾਏ ਗਏ ਉਹਨਾਂ ਵੱਲੋਂ ਬੁਲਾਏ ਗਏ ਸਾਡੇ ਵੱਲੋਂ ਨਹੀਂ ਅਸੀਂ ਉੱਥੇ ਗਏ ਈਵਨ ਰਾਜਾ ਜੀ ਪਾਰਟੀ ਛੱਡ ਕੇ ਰਾਜਾ ਜੀ ਵੀ ਉੱਥੇ ਆਪਣਾ ਧੜਾ ਗਏ ਲੈ ਕੇ ਗਏ ਉੱਥੇ ਮਤਲਬ ਜਿਨ੍ਹਾਂ ਨੂੰ ਟਿਕਟ ਦਿੱਤੀ ਹੈ ਚਲੋ ਉਹਨਾਂ ਨੂੰ ਬੈਸਟ ਆਫ ਲੱਕ ਉਹ ਆਈ ਨਹੀਂ ਉੱਥੇ ਹੀ ਨੈਵਰ ਕੇਮ ਦੇਅਰ ਹਰਸ਼ਵਰਧਨ ਜੀ ਮੀਟਿੰਗ 'ਚ ਵੀ ਨਹੀਂ ਆਏ ਉਹ ਵਰਕਰਸ ਤੋਂ ਪੁੱਛਾਗਾ ਇਕੱਲੇ ਤੋਂ 5-5 ਘੰਟੇ ਐਕਸਰਸਾਈਜ਼ ਅਗਲਾ ਕੰਮ ਛੱਡ ਕੇ ਆਉਂਦਾ ਹੁਣ ਉਹ ਕਹਿੰਦੇ ਹਾਈ ਕਮਾਂਡ ਵੀ ਇਹਨਾਂ ਨੂੰ ਕਾਈਂਡਲੀ ਤੁਸੀਂ ਸਾਡੀ ਇੰਨੀ ਗੱਲ ਮੰਨ ਲਓ ਇਹਨਾਂ ਨੂੰ ਨਾ ਲੈ ਕੇ ਆਓ ਬਟ ਯੈਸ ਸਾਨੂੰ ਇੱਕ ਨਹੀਂ 5-7 ਜਿਹੜੇ ਸੀਨੀਅਰ ਲੀਡਰਸ ਨੇ ਦ ਟੌਪ ਮੋਸਟ ਉਹਨਾਂ ਨੇ ਬੁਲਾਇਆ ਸਾਡੇ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰੈਜ਼ੀਡੈਂਟ ਸ਼੍ਰੀਨਿਵਾਸ ਜੀ ਕ੍ਰਿਸ਼ਨਾ ਜੀ ਸੀਐਮ ਸਾਹਿਬ ਸਾਰਿਆਂ ਨੂੰ ਬੁਲਾਇਆ ਵੀ ਮਿਲੇ ਵੀ ਤੇ ਉਹਨਾਂ ਨੇ ਚਲੋ ਜੋ ਉਹਨਾਂ ਨੇ ਗੱਲਾਂ ਕਹਿਣੀਆਂ ਸੀ ਜਾਂ ਕੀ ਕਰ ਸਕਦੇ ਹੋ ਦਾਮਨ ਲਈ ਜਾਂ ਕੀ ਕਰਨਗੇ ਦੇ ਸੈਡ ਐਵਰੀਥਿੰਗ ਤੇ ਅਸੀਂ ਵੀ ਉਹਨਾਂ ਨੂੰ ਅਸੀਂ ਵੀਰੇ ਮੈਂ ਚਲੋ ਲੋਕਾਂ ਨੂੰ ਲੱਗਦਾ ਮੈਂ ਜ਼ਿਆਦਾ ਐਗਰੈਸਿਵ ਐਂਡ ਦਾਮਨ ਇਜ਼ ਮੋਰ ਐਗਰੈਸਿਵ ਆਈ ਐਮ ਮਤਲਬ ਮੇਰਾ ਕਿਸੇ ਨਾਲ ਮੇਰਾ ਕੋਈ ਹੈ ਨਹੀਂਗਾ ਕਿਉਂਕਿ ਦਾਮਨ ਜੀ ਦਾ 10 ਸਾਲ ਹੋਇਆ ਮੈਂ ਆਈ ਵਾਸ ਜਸਟ 19 ਈਅਰਸ 올ਡ ਮੈਂ ਜਦੋਂ ਮਿਸਿਸ ਭੱਠਣ ਨਾਲ ਲੱਗਾ ਮੈਂ ਸਾਨੂੰ 2000 ਦਾ ਗੱਡੀਆਂ ਬੱਸਾਂ ਭਰਦਾ ਕਾਂਗਰਸ ਦੀਆਂ ਮੈਂ ਕਿਸੇ ਵੀ ਲੀਡਰ ਮਗਰ ਲੈ ਕੇ ਗਿਆ ਲੈ ਕੇ ਤਾਂ ਕਾਂਗਰਸ ਲਈ ਗਿਆ ਸੀਗਾ ਨਾ ਮਤਲਬ ਮੈਂ ਲਿਆ ਕੁਛ ਨਹੀਂਗਾ ਮੈਂ ਕਹਿ ਸਕਦਾ ਅੱਜ ਵੀ ਮੈਂ 22 ਸਾਲਾਂ 'ਚ
ਸਾਨੂੰ ਵੱਧ ਭਰਤੀ ਹੋਏ 4 ਇਲੈਕਸ਼ਨਾਂ 'ਚ ਮੈਂ ਅੱਜ ਤੱਕ ਕੁਝ ਨਹੀਂ ਲਿਆ। ਪਰ ਠੀਕ ਹੈ, ਮੇਰੀ ਵਾਈਫ ਨੂੰ ਮਿਲ ਗਿਆ, ਇਟਸ ਦ ਸੇਮ ਥਿੰਗ। ਆਈ ਹੈਵ ਨੋ ਗਰਜਸ ਅਗੇਂਸਟ ਦ ਪਾਰਟੀ, ਤੇ ਮੇਰਾ ਇਸ ਲਈ ਪਾਰਟੀ ਦੇ ਅਗੇਂਸਟ ਬੋਲਣ ਨੂੰ ਜੀ ਨਹੀਂ ਕਰਦਾ। ਹਾਂ, ਜਿਹੜਾ ਦਾਮਨ ਦਾ ਹੱਕ ਹੈ, ਕਿਉਂਕਿ ਇਹ ਵੀ ਮੈਂ ਜਿਵੇਂ ਮੈਨੂੰ ਹੁਣ ਵੀ ਅੰਦਰ ਨਾ ਕੋਈ ਗੱਲ ਹੋਈ ਤਾਂ ਕਹਿੰਦੇ ਤੂੰ ਆਈ ਕਹਿੰਦੇ 5 ਸਾਲ ਕੱਢਤੇ ਮੇਰੇ। ਮੈਂ ਕਿਹਾ ਵੀ ਆਪਾਂ ਨੂੰ ਨਾ ਉੱਥੇ ਜਾਣਾ ਪੈਣਾ, ਲੇਟ ਹੋ ਗਏ। ਕਹਿੰਦੀ ਆਹੀ ਹਰਮਨ ਸਵੇਰੇ 5 ਵਜੇ ਲੱਗ ਜਾਂਦਾ ਸੀ, ਵੀ ਆਪਾਂ ਲੇਟ ਹੋ ਗਏ। ਕਹਿੰਦੀ ਇੰਨਾ ਕੁਝ ਹੋ ਗਿਆ, ਆਪਣਾ ਬਣਿਆ ਤਾਂ ਕੁਛ ਹੈ ਨਹੀਂ, ਕਿੱਥੋਂ ਲੇਟ ਹੋ ਗਏ। ਪਰ ਜੇ ਉਹ ਇਹਨੇ ਇੰਨੀ ਮਿਹਨਤ ਕੀਤੀ ਹੈ ਤਾਂ ਅੱਜ ਲੋਕ ਨਾਲ ਖੜੇ ਆ। ਮੈਂ ਹੱਸਦਾ ਸੀ ਸਵੇਰੇ, ਪਿਛਲੀ ਵਾਰ ਟਿਕਟ ਸੀ ਲੋਕ ਨਹੀਂ ਸੀ, ਇਸ ਵਾਰ ਲੋਕ ਨੇ ਟਿਕਟ ਨਹੀਂ ਗੀ। ਪਰ ਮੈਨੂੰ ਲੱਗਦਾ ਲੋਕਤੰਤਰ 'ਚ ਵੀਰੇ ਲੋਕ ਜ਼ਿਆਦਾ ਜ਼ਰੂਰੀ ਨੇ, ਤੇ ਪਾਰਟੀ ਨੇ ਬੁਲਾਇਆ ਸੀ ਉਹਨਾਂ ਨੂੰ, ਕੱਲ ਤੱਕ ਦੀ ਅਸੀਂ ਉਹਨਾਂ ਦੀ ਵੇਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਉਹਨਾਂ ਨੇ ਕਿਹਾ ਵੀ ਰਿਵਿਊ ਚੱਲ ਰਿਹਾ। ਆਈ ਐਮ ਨਾਟ ਨੇਮਿੰਗ ਐਨੀਵਨ, ਬਟ ਦ ਟੌਪ ਮੋਸਟ ਲੀਡਰਸ਼ਿਪ ਸੈਡ ਵੀ ਇਟਸ ਗੋਇੰਗ ਔਨ 5 ਸੀਟਸ, 5 ਸੀਟਾਂ ਤੇ ਚੱਲ ਰਿਹਾ, ਐਂਡ ਸੁਨਾਮ ਇਜ਼ ਵਨ ਆਫ them। ਵਿਲ ਵੇਟ, ਐਂਡ ਅਸੀਂ ਉਹੀ ਕਰਾਂਗੇ ਜੋ ਮੈਨੂੰ ਦਾਮਨ ਕਹੂਗੀ, ਠੀਕ ਹੈ, ਤੇ ਜੋ ਇਹ ਸਾਰੇ ਕਹਿਣਗੇ। ਤਾਂ ਕੀ ਕਹਿਣਾ ਫਿਰ, ਹੁਣ ਕੀ ਕਰਨਾ ਹੈ ਤੁਸੀਂ, ਕੀ ਮਨ ਬਣਾਇਆ ਹੈ? ਕੱਲ ਤੱਕ ਵੇਟ ਹੋਊਗੀ, ਉਸ ਤੋਂ ਬਾਅਦ ਆਜ਼ਾਦ ਉਮੀਦਵਾਰ ਦੇ ਤੌਰ ਤੇ nomination, we'll file a nomination, and ਮੰਗਲਵਾਰ ਦੇ ਦਿਨ I will go and file my nomination। ਜੇ ਸੀਟ ਕੱਢ ਲੈਂਦੇ ਹੈਗੇ ਹੋ ਤੇ ਬਾਅਦ ਚ ਕਾਂਗਰਸ ਵਾਲੇ ਕਹਿਣ ਕਿ ਆ ਜਾਓ। ਦੇਖੋ, ਜੇ ਤਾਂ ਬਹੁਤ ਕੁਝ ਸੀਗਾ, ਜੇ ਤਾਂ ਇਹ ਵੀ ਸੀਗਾ ਕਿ ਟਿਕਟ ਮਿਲ ਜੂਗੀ ਤਾਂ ਮੈਂ ਤਾਂ ਆਈ ਵਿਲ ਗਿਵ ਮਾਈ ਬੈਸਟ। ਮੈਂ ਤਾਂ ਇਲੈਕਸ਼ਨ ਲੜੂੰਗੀ ਡਟ ਕੇ, ਔਰ ਆਪਣੀ ਆਵਾਜ਼ ਬੁਲੰਦ ਕਰੂੰਗੀ ਉਸ ਏਜੰਡਾ ਤੇ ਜਿਹਦੇ ਵਿੱਚ ਮੈਂ ਸੱਚੇ ਮਨੋਂ ਯਕੀਨ ਰੱਖਦੀ ਆ ਕਿ ਹਰ ਪ੍ਰੋਫੈਸ਼ਨ ਵਿੱਚ, ਹਰ ਪਾਸੇ। ਐਂਡ ਮੈਂ ਕੱਲ ਆਪਣੇ ਨਾ ਇੱਕ ਪੋਸਟ ਤੇ ਦੇਖ ਰਹੀ ਸੀਗੀ, ਆਈ ਯੂਜ਼ ਦ ਵਰਡ ਪ੍ਰੋਫੈਸ਼ਨ ਫॉर ਪੋਲਿਟਿਕਸ। ਉਹ ਕਹਿੰਦੇ ਕਿ ਤੁਸੀਂ ਇਹਨੂੰ ਪ੍ਰੋਫੈਸ਼ਨ ਕਿਉਂ, ਇਹ ਬਿਲਕੁਲ ਪ੍ਰੋਫੈਸ਼ਨ ਹੈ। ਮੈਂ ਇਸ ਨੂੰ ਪ੍ਰੋਫੈਸ਼ਨ ਤਾਂ ਕਹਿੰਦੀ ਆ ਬਿਕੋਜ਼ ਮੈਂ ਇਹਨੂੰ ਆਪਣੇ ਜ਼ਿੰਦਗੀ ਦਾ ਜਿਹੜਾ ਹਰ ਬੰਦਾ ਆਪਣੇ ਪ੍ਰੋਫੈਸ਼ਨ ਨੂੰ ਸਭ ਤੋਂ ਸੀਰੀਅਸਲੀ ਲੈਂਦਾ ਉਹ, ਤੇ ਇਹ ਮੇਰਾ ਪ੍ਰੋਫੈਸ਼ਨ ਹੈ। ਮੈਂ ਇੱਧਰ ਕੋਈ ਪਾਸ ਟਾਈਮ ਕਰਨ ਨਹੀਂ ਆਈ, ਜਾਂ ਇਹ ਮੇਰਾ ਕੋਈ ਸਾਈਡ ਬਿਜ਼ਨਸ ਨਹੀਂ ਹੈ, ਜਾਂ ਮੈਂ ਇੱਧਰ ਕੋਈ ਆਪਣੀ ਹੌਬੀ ਪੂਰੀ ਕਰਨ ਨਹੀਂ ਆਈ। ਇਹ ਮੇਰਾ ਪ੍ਰੋਫੈਸ਼ਨ ਹੈ, ਔਰ ਮੈਂ ਇਸ ਨੂੰ ਪੂਜਦੀ ਹਾਂ, ਔਰ ਮੈਂ ਇਸ ਨੂੰ ਪੂਰੀ ਸੀਰੀਅਸਲੀ ਲੈਂਦੀ ਹਾਂ। ਸੋ ਮੇਰਾ ਇਹੀ ਮੰਨਣਾ ਹੈ ਕਿ ਆਈ ਵਿਲ contest and I will give my best in it। I will fight the election। ਉਸ ਤੋਂ ਬਾਅਦ ਨਤੀਜੇ ਜੋ ਵੀ ਹੋਣ ਉਸ ਦੀ ਅੱਗੇ ਤੋਂ, ਹਾਂ, we are going to win this election and we will see what to do next। ਕਿਸੇ ਹੋਰ ਪਾਰਟੀਆਂ ਨੇ ਵੀ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ? ਬੀਜੇਪੀ ਹੋਵੇ, ਕੈਪਟਨ ਸਾਹਿਬ ਵਾਲੀ ਹੋਵੇ ਪਾਰਟੀ, ਜਾਂ ਕੋਈ ਹੋਰ ਪਾਰਟੀ ਨੇ, ਅਕਾਲੀ ਦਲ ਨੇ, ਕਿਸੇ ਨੇ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ? ਹੁਣੇ ਨਹੀਂ, ਮੈਨੂੰ ਤਾਂ ਇਲੈਕਸ਼ਨ ਤੋਂ ਮਤਲਬ ਆ ਟਿਕਟਸ ਤੋਂ ਵੀ ਬਹੁਤ ਪਹਿਲਾਂ, ਮਹੀਨੇ 2 ਮਹੀਨੇ ਤੋਂ ਅਪਰੋਚ ਕਰ ਰਹੇ ਸੀਗੇ, ਵੱਖ-ਵੱਖ ਪਾਰਟੀਆਂ ਕਰ ਰਹੀਆਂ ਸੀਗੀਆਂ, ਐਂਡ ਦੇ ਵਰ ਗਿਵਿੰਗ ਅਸ ਅ ਲੋਟ ਆਫ ਆਪਸ਼ਨਸ ਐਂਡ ਲੋਟਸ ਆਫ ਦੇ ਵਰ ਗਿਵਿੰਗ ਅਸ ਆਈਡੀਆਜ਼ ਐਂਡ ਮਤਲਬ ਆਫਰਸ। ਬਟ ਅਸੀਂ ਕਦੀ, ਉਹੀ ਗੱਲ ਹੈ ਨਾ, ਅਸੀਂ ਕਦੀ ਕਾਂਗਰਸ ਪਾਰਟੀ ਤੋਂ ਬਾਹਰ ਹੋ ਕੇ ਨਹੀਂ ਸੋਚਿਆ, ਐਂਡ ਰਾਈਟਲੀ ਸੋ। ਮੈਨੂੰ ਲੋੜ ਹੀ ਨਹੀਂ ਮਹਿਸੂਸ ਹੋਈ, ਔਰ ਮੈਨੂੰ ਹਾਲ ਹੁੰਦਾ ਉਸ ਗੱਲ ਦਾ ਕਿ ਜੇ ਉਦੋਂ ਸੋਚ ਲੈਂਦੇ ਤਾਂ ਸ਼ਾਇਦ ਕਿਸੇ ਸਿੰਬਲ ਤੋਂ ਚੋਣ ਲੜ ਰਹੇ ਹੁੰਦੇ। ਨਹੀਂ, ਨਾਟ ਰੀਲੀ, ਕਿਉਂਕਿ ਮੈਂ ਕਦੀ ਵੀ ਆਪਣੀ ਪਾਰਟੀ ਨੂੰ ਨਾ ਤਾਂ ਧੋਖਾ ਦੇਣ 'ਚ ਵਿਸ਼ਵਾਸ ਰੱਖਦੀ ਹਾਂ, ਐਂਡ ਨਾ ਹੀ ਮੈਂ ਪਾਰਟੀ ਨੇ ਦੇਤਾ ਤੁਹਾਨੂੰ ਧੋਖਾ। ਬੇਸ਼ੱਕ ਦੇਤਾ, ਦੈਟ ਇਜ਼ ਨਾਟ ਅ ਪ੍ਰੋਬਲਮ, ਬਟ ਅੱਜ ਤੁਸੀਂ ਦੇਖੋ ਕਿ ਉਸ ਧੋਖੇ 'ਚੋਂ ਮੈਂ ਗੇਨ ਕਿੰਨਾ ਕੀਤਾ ਹੈ। ਅੱਜ ਟਿਕਟ ਕੱਟੀ ਜਾਣ ਤੋਂ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਜਿਹੜੇ ਲੋਕ, ਸ਼ਾਇਦ ਮੈਨੂੰ ਵੀ ਇਹੀ ਭੁਲੇਖਾ ਸੀ ਕਿ ਪਾਰਟੀ ਕਰਕੇ ਮੇਰੇ ਨਾਲ ਖੜੇ ਹੈ ਜਾਂ ਕਿਸੇ ਤਾਕਤ ਕਰਕੇ ਮੇਰੇ ਨਾਲ ਖੜੇ ਹੈ, ਬਟ ਨਹੀਂ, ਉਹ ਦਿਲੀ ਰਿਸ਼ਤੇ ਸੀਗੇ, ਤੇ ਅੱਜ ਉਹਨਾਂ ਦਾ, ਉਹ ਰਿਸ਼ਤਿਆਂ ਦੀ ਜਾਣਕਾਰੀ ਮੈਨੂੰ ਟਿਕਟ ਕੱਟੀ ਜਾਣ ਤੋਂ ਬਾਅਦ ਹੀ ਹੋਈ ਹੈ। ਧਮਾਨ ਉਹਨਾਂ ਨਾਲ ਵੀ ਗੱਲਬਾਤ ਕਰ ਰਿਹਾ ਸੀ, ਉਹ ਕਹਿੰਦੇ ਜਿਸ 'ਚ ਦਮ ਸੀਗਾ ਉਹ ਲੈ ਗਿਆ, ਕਹਿੰਦੇ ਉਹਨਾਂ ਨੇ ਨਹੀਂ ਕੰਮ ਕੀਤੇ ਜਾਂ ਉਹਨਾਂ ਨੂੰ ਨਹੀਂ ਲੱਗਿਆ ਪਾਰਟੀ ਨੂੰ, ਤਾਂ ਇਸ ਕਰਕੇ ਕਹਿੰਦੇ ਟਿਕਟ ਕੱਟ ਦਿੱਤੀ। ਇਹ ਦੇਖੋ, ਦੈਟ ਇਜ਼ ਦੇਅਰ ਓਪੀਨੀਅਨ, ਆਈ ਵੁੱਡ ਨਾਟ ਲਾਈਕ ਟੂ ਕਮੈਂਟ ਔਨ ਦੈਟ, ਬਟ ਜਿੱਥੋਂ ਤੱਕ ਮੇਰੀ ਇਨਫੋਰਮੇਸ਼ਨ ਹੈ ਕਿ ਇਹ ਸਾਡੀ ਸੀਟ ਤੇ ਸਾਰੇ ਸਰਵੇਜ਼, ਸਾਰੀਆਂ ਗਰਾਊਂਡ ਟੀਮ ਦੀਆਂ ਰਿਪੋਰਟਸ ਔਰ ਸਭ ਕੁਝ ਮੇਰੇ ਹੱਕ 'ਚ ਗਿਆ ਸੀ, ਜੋ ਕਿ ਲੀਡਰਸ਼ਿਪ ਨੇ ਬਾਅਦ 'ਚ ਐਕਸੈਪਟ ਵੀ ਕੀਤਾ। ਇਹ ਟਿਕਟ ਜੇ ਕੱਟੀ ਗਈ ਹੈ ਤਾਂ ਸਿਰਫ ਇੱਕ ਸਮਝੌਤੇ ਤਹਿਤ ਕੱਟੀ ਗਈ ਹੈ। ਬਿਲਕੁਲ ਉਹਨਾਂ ਦੇ ਵਿੱਚ ਦਮ ਸੀਗਾ, ਕਿਉਂਕਿ ਉਹਨਾਂ ਦੀ ਵੱਡੇ ਲੀਡਰਾਂ ਤੱਕ ਆਵਾਜ਼ ਸੀਗੀ, ਵੱਡੇ ਲੀਡਰਾਂ ਤੱਕ ਉਹਨਾਂ ਦੀ ਪਹੁੰਚ ਸੀਗੀ, ਜੋ ਦਾਮਨ ਬਾਜਵਾ ਕੋਲ ਨਹੀਂ ਸੀ। ਨਾ ਮੇਰੇ ਕੋਲ ਸਿਫਾਰਿਸ਼ ਸੀ, ਤੇ ਨਾ ਹੀ ਮੇਰੇ ਕੋਲ ਕਿਸੇ ਲੀਡਰ ਦੀ ਬੈਕਿੰਗ ਸੀਗੀ। ਸੋ ਓਬਵੀਅਸਲੀ ਉਹਨਾਂ ਦਾ ਜ਼ੋਰ ਚੱਲਿਆ, ਪਰ ਜ਼ੋਰ ਕੰਮ ਵਜੋਂ ਨਹੀਂ ਚੱਲਿਆ, ਜ਼ੋਰ ਇਸ ਪੱਖੋਂ ਚੱਲਿਆ ਕਿ ਉਹਨਾਂ ਨੂੰ ਕਿਸੇ ਲੀਡਰ ਨੇ ਆਊਟ ਆਫ ਦ ਵੇ ਜਾ ਕੇ ਸਪੋਰਟ ਕੀਤੀ, ਔਰ ਉੱਥੇ ਪਾਰਟੀ ਨੂੰ ਬਲੈਕਮੇਲ ਕੀਤਾ ਗਿਆ, ਪਾਰਟੀ ਨੂੰ ਅੱਖਾਂ ਵਿਖਾਈਆਂ ਗਈਆਂ, ਜਿਸ ਤੇ ਹਾਈ ਕਮਾਂਡ ਨੇ ਵੀ ਪੈਰ ਪਿੱਛੇ ਖਿੱਚ ਲਏ। ਜੇਕਰ ਕੈਂਡੀਡੇਟਸ ਦੀ ਲਿਸਟ ਦੀ ਆਪਾਂ ਗੱਲ ਕਰੀਏ ਤਾਂ ਲੱਗਦਾ ਕਿ ਕਈਆਂ ਨਾਲ ਧੱਕਾ ਹੋਇਆ, ਕਈਆਂ ਨੂੰ ਡਿਚ ਕੀਤਾ ਕਾਂਗਰਸ ਪਾਰਟੀ ਨੇ। ਦੇਖੋ, ਹਰੇਕ ਦੀ ਸਿਚੁਏਸ਼ਨ ਵੱਖੋ ਵੱਖ ਹੁੰਦੀ ਹੈ, ਬਟ ਯੈਸ, ਔਨ ਦੀ
ਓਵਰਆਲ ਜੇ ਗੱਲ ਕੀਤੀ ਜਾਏ ਤਾਂ ਮੈਨੂੰ ਲੱਗਦਾ ਹੈ ਕਿ ਜਿੰਨੀ ਘੱਟ ਰਿਪਰੈਜ਼ੈਂਟੇਸ਼ਨ ਇਸ ਵਾਰੀ ਔਰਤਾਂ ਨੂੰ ਦਿੱਤੀ ਗਈ ਹੈ। ਤੁਸੀਂ ਇੱਕ ਪਾਸੇ ਯੂਪੀ ਵਿੱਚ ਨਾਰਾ ਦੇ ਰਹੇ ਹੋ ਲੜਕੀ ਹੂੰ ਲੜ ਸਕਤੀ ਹੂੰ, ਦੂਜੇ ਪਾਸੇ ਤੁਸੀਂ ਲੜਨ ਵਾਲੀਆਂ ਲੜਕੀਆਂ ਜਿਹੜੀਆਂ ਕੰਮ ਕਰ ਰਹੀਆਂ, ਜਿਹੜੀਆਂ ਗਰਾਊਂਡ ਤੋਂ ਉੱਠੀਆਂ, ਜਿਨ੍ਹਾਂ ਨੇ ਕਦੀ ਵੀ ਘਰੇ ਬੈਠੇ ਕੋਈ ਚੀਜ਼ ਨਹੀਂ ਮੰਗੀ, ਜਿਨ੍ਹਾਂ ਨੇ ਮਿਹਨਤ ਕੀਤੀ ਹੈ, ਉਹਨਾਂ ਦਾ ਤੁਸੀਂ ਹੱਕ ਖੋ ਰਹੇ ਹੋ। ਬਟ ਇਟਸ ਓਕੇ, ਪਾਰਟੀ ਨੇ ਉਸ ਨਾਰੇ ਤੇ ਭਾਵੇਂ ਅਮਲ ਨਾ ਕੀਤਾ ਹੋਵੇ, ਪਰ ਮੈਂ ਲੜਕੀ ਹਾਂ ਔਰ ਲੜ ਸਕਦੀ ਹਾਂ ਔਰ ਲੜਾਂਗੀ। ਤਾਂ ਕਾਂਗਰਸ ਦੇ ਨਾਰੇ ਦੇ ਉੱਤੇ, ਪ੍ਰਿੰਕਾ ਗਾਂਧੀ ਉਹਨਾਂ ਦੇ ਨਾਰੇ ਦੇ ਉੱਤੇ ਹੀ ਤੁਸੀਂ ਪੈਰਾਂ ਦਿਓਗੇ ਠੋਕ। ਬਿਲਕੁਲ, ਮੈਂ ਉਸ ਨਾਰੇ ਨੂੰ ਸਾਬਤ ਕਰਾਂਗੀ। ਉਹ ਭਾਵੇਂ ਉਸ ਨੂੰ ਆਪਣੇ ਹੀ ਦਿੱਤੇ ਹੋਏ ਨਾਰੇ ਨੂੰ ਅਮਲ 'ਚ ਲਿਆਉਣ ਜਾਂ ਨਾ ਲਿਆਉਣ, ਪਰ ਮੈਂ ਲੜਕੀ ਹੂੰ ਔਰ ਲੜ ਸਕਤੀ ਹੂੰ। ਧੰਨਵਾਦ ਹਰਮਨ, ਤੁਹਾਡਾ ਬਹੁਤ ਬਹੁਤ ਧੰਨਵਾਦ। ਤਾਂ ਬਾਜਵਾ ਕਪਲ ਕਹਿ ਰਿਹਾ ਅਸੀਂ ਬਿਲਕੁਲ ਤਿਆਰ ਹਾਂ, ਔਰ ਜੋ ਨਾਰਾ ਕਾਂਗਰਸ ਨੇ ਦਿੱਤਾ ਹੈ ਯੂਪੀ ਦੇ ਵਿੱਚ ਲੜਕੀ ਹੂੰ ਲੜ ਸਕਤੀ ਹੂੰ, ਭਾਵੇਂ ਉਹਨਾਂ ਨੇ ਇੱਥੇ ਅਮਲ ਨਹੀਂ ਕੀਤਾ। ਰਿਪਰੈਜ਼ੈਂਟੇਸ਼ਨ ਦੀ ਗੱਲ ਕਰੀਏ ਤਾਂ ਮਹਿਲਾਵਾਂ ਦੀ ਰਿਪਰੈਜ਼ੈਂਟੇਸ਼ਨ ਜਿਹੜੀ ਹੈ ਉਹਨਾਂ ਨੇ ਕਾਫੀ ਘਟਾਈ ਹੈਗੀ ਹੈ। ਸੀਟਾਂ ਜੋ ਦੇਣੀਆਂ ਚਾਹੀਦੀਆਂ ਸੀ ਉਹ ਨਹੀਂ ਦਿੱਤੀਆਂ ਗਈਆਂ। ਤਾਂ ਦਾਮਨ ਬਾਜਵਾਣੀ ਬਿਲਕੁਲ ਤਿਆਰ ਨੇ, ਆਜ਼ਾਦ ਉਮੀਦਵਾਰ ਦੇ ਤੌਰ ਦੇ ਉੱਤੇ ਮੈਦਾਨ ਦੇ ਵਿੱਚ ਉਤਰਨਗੇ, ਔਰ ਦੇਖਣਾ ਹੋਊਗਾ ਕਿ ਹੁਣ ਸੁਨਾਮ ਵਾਲੇ ਲੋਕ ਜਿਹੜੇ ਅੱਜ ਇਹਨਾਂ ਦੇ ਨਾਲ ਖੜੇ ਹੋਏ ਨੇ ਉਹ 20 ਫਰਵਰੀ ਨੂੰ ਕਿੰਨਾ ਨਾਲ ਖੜਦੇ ਨੇ, ਔਰ 10 ਮਾਰਚ ਨੂੰ ਨਤੀਜੇ ਕਿਹੋ ਜਿਹੇ ਆਉਂਦੇ ਨੇ। ਕੈਮਰਾ ਪਰਸਨ ਅਸ਼ੋਕ ਬੈਨੀਵਾਲ ਦੇ ਨਾਲ ਗਗਨਦੀਪ ਸਿੰਘ, ਪ੍ਰੋ ਪੰਜਾਬ ਟੀਵੀ, ਸੁਨਾਮ।